ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਤੇ ਆਓ ਉਹਦੀਆਂ ਗੱਲਾਂ ਨੂੰ ਬੜੀ ਗੌਰ ਨਾਲ, ਧਿਆਨ ਨਾਲ, ਤਵੱਜਾ ਨਾਲ ਸੁਣੀਏ। ਤੇ ਜ਼ਬੂਰ 50 ਦੀ 22 ਚ ਲਿਖਿਆ, ਖੁਦਾ ਨੂੰ ਭੁੱਲਣ ਵਾਲਿਓ ਇਸ ਗੱਲ ਨੂੰ ਸੋਚ ਲਿਓ, ਇਸ ਤਰ੍ਹਾਂ ਨਾ ਹੋਵੇ ਕਿ ਖੁਦਾ ਕਹਿੰਦਾ ਮੈਂ ਤੈਨੂੰ ਫਾੜ ਡਾਲਾਂ ਤੇ ਕੋਈ ਛਡਾਉਣ ਵਾਲਾ ਕੋਈ ਨਹੀਂ ਹੋਣਾ। ਤੇ ਅਸੀਂ ਕਹਾਂਗੇ ਅਸੀਂ ਖੁਦਾ ਨੂੰ ਕਿੱਥੇ ਭੁੱਲੇ ਆ। ਯਾਨਾ ਦੀ ਇੰਜੀਲ ਨੂੰ ਪੜ੍ਹ ਕੇ ਵੇਖੋ, ਲਿਖਿਆ ਕਲਾਮ ਖੁਦਾ ਹੀ। ਇਬਤਦਾ ਦੇ ਵਿੱਚ ਕਲਾਮ ਸੀ, ਕਲਾਮ ਖੁਦਾ ਦੇ ਨਾਲ ਸੀ ਤੇ ਕਲਾਮ ਹੀ ਖੁਦਾ ਹੈ। ਤੇ ਜਦੋਂ ਅਸੀਂ ਕਲਾਮ ਨੂੰ ਰੱਦ ਕਰਨੇ ਆ, ਕਲਾਮ ਦੀ ਬੇਹੁਰਮਤੀ ਕਰਨੇ ਆ, ਤੇ ਫਿਰ ਅਸੀਂ ਖੁਦਾ ਨੂੰ ਭੁੱਲਦੇ ਨਹੀਂ ਤੇ ਹੋਰ ਕੀ ਹੈ। ਮਲਾਕੀ 2 ਬਾਬ ਨੂੰ ਕਦੇ ਪੜ੍ਹ ਕੇ ਤੇ ਵੇਖੋ। ਮਲਾਕੀ 2 ਬਾਬ ਜਿਸ ਲਈ ਅਸੀਂ 10 ਐਤ ਨੂੰ ਪੜ੍ਹਦੇ ਹਾਂ ਤੇ ਲਿਖਿਆ, ਕਿਆ ਸਾਡਾ ਸਾਰਿਆਂ ਦਾ ਇੱਕੋ ਪਿਓ ਨਹੀਂ? ਕਿਆ ਇੱਕੋ ਖੁਦਾ ਤੋਂ ਅਸੀਂ ਪੈਦਾ ਨਹੀਂ ਹੋਏ? ਫਿਰ ਕਿਉਂ ਅਸੀਂ ਆਪਣੇ ਭਰਾਵਾਂ ਦੇ ਨਾਲ ਬੇਵਫਾਈ ਕਰਕੇ ਤੇ ਆਪਣੇ ਬਾਪ ਦਾਦਾ ਦੇ ਅਹਿਦ ਦੀ ਬੇਹੁਰਮਤੀ ਬਾਈਬਲ ਤੇ ਕਹਿਣ ਦੀ ਤੁਸੀਂ ਕਲਾਮ ਦੀ ਬੇਹੁਰਮਤੀ ਕਰਦੇ ਹੋ। ਜਿਹਦੇ ਬਾਰੇ ਜ਼ਬੂਰ 138 ਦੀ 2 ਚ ਲਿਖਿਆ ਹੈ ਕਿ ਖੁਦਾ ਨੇ ਆਪਣੇ ਕਲਾਮ ਨੂੰ ਹਰ ਨਾਂ ਤੋਂ ਜ਼ਿਆਦਾ ਅਜ਼ਮਤ ਬਖਸ਼ੀ। ਕਲਾਮ ਨੂੰ ਇਸੇ ਕਰਕੇ ਜ਼ਬੂਰ 119 ਦੀ 43 ਐਤ ਦੇ ਵਿੱਚ ਖੁਦਾ ਦਾ ਬੰਦਾ ਦਾਊਦ ਇੱਕ ਬੜਾ ਹੀ ਅੱਛਾ ਫੈਸਲਾ ਕਰਦਾ ਹੈ ਤੇ ਨਾਲ ਹੀ ਉਹ ਆਪਣੇ ਅੰਦਰ ਖੁਸ਼ੀ ਵੀ ਮਹਿਸੂਸ ਕਰਦਾ ਹੈ। ਜ਼ਬੂਰ 40 ਦੀ 8 ਐਤ ਤੋਂ 11 ਐਤ ਤੱਕ ਪੜ੍ਹੀਏ ਤੇ ਜ਼ਬੂਰ 40 ਦੀ 8 ਐਤ ਤੋਂ 11 ਐਤ ਤੱਕ ਕਹਿੰਦਾ ਹੈ, ਮੇਰੇ ਖੁਦਾ ਮੇਰੀ ਖੁਸ਼ੀ ਤੇਰੀ ਮਰਜ਼ੀ ਪੂਰੀ ਕਰਨ ਦੇ ਵਿੱਚ। ਅਸੀਂ ਸਿਰਫ ਕਹਿੰਦੇ ਹਾਂ ਕਿ ਤੇਰੀ ਮਰਜ਼ੀ ਅਸਮਾਨ ਤੇ ਪੂਰੀ ਦੀ ਜ਼ਮੀਨ ਉੱਤੇ ਵੀ ਹੋਵੇ, ਪਰ ਕਰਦੇ ਨਹੀਂ ਗੇ। ਹੈਗੇ ਵੀ ਪੁੱਤਰ, ਉਹਦਾ ਪੁੱਤਰ ਜਦੋਂ ਜ਼ਮੀਨ ਉੱਤੇ ਆਇਆ, ਲੂਕਾ ਦੀ ਅੰਜੀਲ 13 ਬਾਬ 22 ਐਤ ਨੂੰ ਪੜ੍ਹੋ, ਤੇ ਉਹ ਪਿੰਡਾਂ 'ਚ ਗਿਆ, ਉਹ ਸ਼ਹਿਰਾਂ 'ਚ ਗਿਆ, ਉਹਨੇ ਤਾਲੀਮ ਦਿੱਤੀ ਤੇ ਤਾਲੀਮ ਦਿੰਦਾ ਹੋਇਆ ਕਲਾਮ ਸੁਣਾਉਂਦਾ ਯਰੂਸ਼ਲਮ ਨੂੰ ਵਾਪਸ ਜਾ ਰਿਹਾ ਸੀ। ਜਾਣਾ ਸੀ ਵੀ ਯਰੂਸ਼ਲਮ ਨੂੰ ਵਾਪਸ। ਕਿਆ ਤਾਲੀਮ ਦੇ ਰਹੇ, ਕਿਆ ਕਲਾਮ ਸੁਣਾ ਰਹੇ, ਕਿਆ ਹੱਕ ਦੀ ਬੋਲੀ ਬੋਲ ਰਹੇ। ਪੁੱਤਰ ਵੀ ਹੈ, ਕਿਉਂਕਿ ਗਲਤੀ 4 ਬਾਪ ਉਹਦੀ 6 ਐਤ ਨੂੰ ਪੜ੍ਹੋ ਤੇ ਲਿਖਿਆ, ਤੁਸੀਂ ਪੁੱਤਰ ਹੋ, ਮੇਰੇ ਪੁੱਤਰ ਦਾ ਰੂਹ ਤੁਹਾਡੇ ਦਿਲਾਂ ਦੇ ਵਿੱਚ, ਇਸੇ ਕਰਕੇ ਤੁਸੀਂ ਉਸ ਨੂੰ ਅੱਬਾ ਯਾਨੀ ਬਾਪ ਕਹਿ ਕੇ ਪੁਕਾਰਦੇ ਹੋ। ਉਹ ਪੁੱਤਰ ਆਇਆ, ਉਹਨੇ ਪਿੰਡਾਂ 'ਚ ਗਿਆ, ਸ਼ਹਿਰਾਂ 'ਚ ਗਿਆ। ਅਸੀਂ ਕੈਸੇ ਪੁੱਤਰ ਹਾਂ? ਦੂਸਰਾ ਤਵਾਰੀਖ 29 ਬਾਪ 11 'ਚ ਕਹਿੰਦਾ ਹੈ, ਮੇਰੇ ਪੁੱਤਰੋ ਹੁਣ ਤੁਸੀਂ ਗਾਫਰ ਨਾ ਰਹੋ, ਮੈਂ ਤੁਹਾਨੂੰ ਚੁਣ ਲਿਆ, ਮੇਰੇ ਹਜ਼ੂਰ ਖੜੇ ਹੋ ਜੋ, ਮੇਰੇ ਖਾਦਮ ਬਣ ਜਾਓ। ਨਹੀਂ ਜੀ, ਖਾਦਮ ਤੇ ਬਣਾਂਗੇ। ਜੇ ਖਾਦਮ ਬਣੇ ਤੇ ਝੂਠੀਆਂ ਤਨਜ਼ੀਮਾਂ ਦੇ ਬਣਾਂਗੇ, ਝੂਠੇ ਅੰਬੋਆਂ ਗੁਰੂਆਂ ਡਿਨਾਮੀਨੇਸ਼ਨਾਂ ਟੋਲਿਆਂ ਦੇ ਬਣਾਂਗੇ ਤੇ ਤੇਰੇ ਕਲਾਮ ਨੂੰ ਭੁੱਲਾਂਗੇ, ਰੱਦ ਕਰਾਂਗੇ ਤੇ ਉਹਨਾਂ ਦੀ ਤਾਲੀਮ ਦੇਵਾਂਗੇ। ਤੇ ਫਿਰ ਆਵਾਜ਼ ਹੈ ਖੁਦਾ ਨੂੰ ਭੁੱਲਣ ਵਾਲੇ, ਸੋਚ ਲਿਓ। ਇੱਦਾਂ ਨਾ ਹੋਵੇ ਕਿ ਮੈਂ ਰੱਬ ਵੀ ਕਹਿੰਦਾ ਮੈਂ ਤੈਨੂੰ ਫਾੜ ਡਾਲਾਂ ਤੇ ਕੋਈ ਛਡਾਉਣ ਵਾਲਾ ਕੋਈ ਨਹੀਂ ਹੋਣਾ। ਇਹ ਝੂਠੀਆਂ ਤਨਜ਼ੀਮਾਂ ਨੇ, ਕੋਈ ਨਹੀਂ ਉਹ ਛਡਾਉਣਾ। ਇਹਨਾਂ ਝੂਠਿਆਂ ਅੰਬੋਆਂ ਗੁਰੂਆਂ ਡਿਨਾਮੀਨੇਸ਼ਨਾਂ ਟੋਲਿਆਂ ਨੇ, ਉਹ ਇਹਨਾਂ ਲੂੰਬੜੀਆਂ ਤੇ ਬਘਿਆੜਾਂ ਨੇ, ਕਿਉਂਕਿ ਬਾਈਬਲ ਤੇ ਇਹਨਾਂ ਨੂੰ ਲੂੰਬੜੀਆਂ ਤੇ ਬਘਿਆੜ ਕਹਿਣ ਡਈ ਹੈ। ਰਸੂਲਾਂ ਦੇ ਮਾਲ 20 ਬਾਪ 28 ਤੋਂ ਫੜ ਕੇ ਵੇਖ ਲਓ, ਲਿਖਿਆ ਤੂੰ ਆਪਣੀ ਤੇ ਆਪਣੇ ਗੱਲੇ ਦੀ। ਖੁਦਾ ਨੇ ਆਖਿਆ ਤੂੰ ਹਰ ਬੰਦੇ ਵਾਲਾ ਇਸ਼ਾਰਾ ਵਾ, ਤੂੰ ਆਪਣੀ ਵੀ ਹਿਫਾਜ਼ਤ ਕਰਨੀ ਤੇ ਆਪਣੇ ਗੱਲੇ ਦੀ ਵੀ ਕਰਨੀ, ਜਿਸ ਦਾ ਰੂਲ ਕੁਦਸ ਨੇ ਤੈਨੂੰ ਨਿਗਹਿਬਾਨ ਠਹਿਰਾਇਆ, ਯਾਨੀ ਖੁਦਾ ਦੀ ਕਲੀਸਿਆ ਤੇ ਲਿਖਿਆ ਜਿਸ ਨੂੰ ਖੂਨ ਦੇ ਨਾਲ ਮੁੱਲ ਆਈ। ਮੇਰੇ ਜਾਣ ਤੋਂ ਬਾਅਦ ਉਹਨੇ ਆਖਿਆ ਫੜਨ ਵਾਲੇ ਭੇੜੀਆਂ ਨੇ ਤੁਹਾਡੇ 'ਚ ਆਉਣਾ ਹੀ, ਜਿਨ੍ਹਾਂ ਨੂੰ ਗੱਲੇ ਉੱਤੇ ਕੋਈ ਤਰਸ ਨਹੀਂ ਹੋਣਾ। ਖੁਦ ਤੁਹਾਡੇ ਵਿੱਚ ਲੋਕ ਉੱਠਣੇ ਨੇ ਜਿਨ੍ਹਾਂ ਨੇ ਉਲਟੀਆਂ ਗੱਲਾਂ, ਕਲਾਮ ਦੀਆਂ ਗੱਲਾਂ ਸਿੱਧੀਆਂ
क्योंकि अमसाल 8 बाप 8 ਐਤ ਨੂੰ ਪੜੋ। खुदा कहते मेरे मूँह ਦੀਆਂ ਗੱਲਾਂ ਸਿੱਧੀਆਂ ਨਿੱਧਰੀਆਂ ਪੱਧਰੀਆਂ, ਇਹਨਾਂ ਵਿੱਚ ਕੋਈ ਵੀ ਟੇੜਾ ਤੁਰਛਾ ਨਹੀਂ। ਤੇ ਜਿਹੜੇ ਬਈ ਉਲਟੀਆਂ ਗੱਲਾਂ ਕਰਦੇ ਨੇ, ਫਿਰ ਲਿਖਿਆ ਮੇਰੇ ਜਾਣ ਤੋਂ ਬਾਅਦ ਫੜਨ ਵਾਲੇ ਭੇੜੀਆਂ ਨੇ ਤੁਹਾਡੇ 'ਚ ਆਉਣਾ, ਜਿਨ੍ਹਾਂ ਨੇ ਉਲਟੀਆਂ ਗੱਲਾਂ ਕਰਨੀਆਂ ਨੇ। ਤੇ ਖੁਦ ਤੁਹਾਡੇ ਵਿੱਚੋਂ ਲੋਕ ਉੱਠਦੇ ਨੇ। ਮੈਂ ਆਖਿਆ ਬਾਹਰੋਂ ਨਹੀਂ ਆਉਣੇ ਉਲਟੀਆਂ ਗੱਲਾਂ ਕਰਨ ਵਾਲੇ, ਤੁਹਾਡੇ ਵਿੱਚੋਂ ਲੋਕ ਉੱਠਣੇ ਨੇ। ਇਸ ਕਰਕੇ ਅੱਜ ਮੌਕਾ ਹੈ। ਇਹ ਉਲਟੀਆਂ ਗੱਲਾਂ ਕਰਨ ਵਾਲੇ ਬਘਿਆੜ ਏ, ਇਹ ਝੂਠੀਆਂ ਤਨਜ਼ੀਮਾਂ ਹੀ ਬਘਿਆੜ ਏ, ਇਹ ਝੂਠੇ ਅੰਬੋ ਗਰੋ ਡਿਨਾਮੀਨੇਸ਼ਨਾਂ ਟੋਲੇ ਬਘਿਆੜ ਨੇ ਤੇ ਬਲਾਵਾਂ ਨੇ। ਇਸ ਕਰਕੇ ਹੁਸ਼ਿਆਰ ਹੋਈਏ, ਕਿਉਂਕਿ ਅਮਸਾਲ 27 ਬਾਬ 12 'ਚ ਲਿਖਿਆ ਹੁਸ਼ਿਆਰ ਬਲਾ ਨੂੰ ਦੇਖ ਕੇ ਛਿਪ ਜਾਂਦਾ ਹੈ, ਪਰ ਨਤਾਨ ਅੱਗੇ ਵੱਧਦੇ ਜਾਂਦੇ ਨੇ ਕਿ ਨਹੀਂ ਅਸੀਂ ਨਹੀਂ ਮੰਨਦੇ। ਤੇ ਉਹ ਫਿਰ ਲੂਮੜੀਆਂ ਤੇ ਬਘਿਆੜਾਂ ਨੂੰ ਪੂਜਦੇ ਰਹਿੰਦੇ ਨੇ। ਹਾਲਾਂਕਿ ਗਜ਼ਲੋ ਗਜ਼ਲਾਤ 2 ਬਾਪ ਉਹਦੀ 14 'ਚ ਪੜ੍ਹੀਏ ਤਾਂ ਰੱਬ ਕਹਿੰਦਾ ਏ ਤੂੰ ਮਛਲੀ ਨਹੀਂ ਜਿਹੜੀ ਤੂੰ ਪਈ ਹੈ ਪੱਥਰਾਂ ਦੇ ਉੱਤੇ, ਤੂੰ ਕਬੂਤਰੀ ਹੈ। ਤੇ ਕਬੂਤਰੀ ਤੇ ਉੱਡ ਜਾਂਦੀ ਹੈ। ਤੇ ਲਿਖਿਆ ਏ ਜਿਸ ਵੇਲੇ ਕੋਈ ਬੰਦਾ ਸੱਚ ਤੋਂ ਵਾਕਬ ਹੋ, ਸੱਚ ਉਸ ਨੂੰ ਆਜ਼ਾਦ ਕਰ ਦੂ। ਸੱਚ ਤੋਂ ਵਾਕਬ ਹੋ, ਸੱਚ ਤੈਨੂੰ ਆਜ਼ਾਦ ਕਰ ਦੂ। ਤੇ ਕਿਹਨਾਂ ਤੋਂ? ਇਹਨਾਂ ਝੂਠੀਆਂ ਤਨਜ਼ੀਮਾਂ ਤੋਂ। ਤੇ ਉੱਡ ਜਾ ਇੱਥੋਂ ਮੇਰੀ ਕਬੂਤਰੀ, ਮੇਰੀ। ਲਿਖਿਆ ਏ ਤੂੰ ਜਿਹੜੀ ਚਟਾਨਾਂ ਦੇ ਦਰਾੜਾਂ ਤੇ ਕਰਾੜਾਂ ਦੇ ਵਿੱਚ ਛਿਪ ਗਈ ਹੈ, ਤੂੰ ਪਹਾੜਾਂ ਦੇ ਵਿੱਚ ਪਈ ਹੈ, ਤੂੰ ਮਛਲੀ ਨਹੀਂ। ਲਿਖਿਆ ਤੂੰ ਕਬੂਤਰੀ ਹੈ, ਤੂੰ ਉੱਡ ਸਕਣੀ ਹੈ। ਕਹਿੰਦਾ ਮੈਨੂੰ ਆਪਣੀ ਆਵਾਜ਼ ਸੁਣਾ, ਨਿਕਲ ਇਹਨਾਂ ਦੇ ਵਿੱਚੋਂ ਬਾਹਰ। ਮੈਨੂੰ ਆਪਣੀ ਆਵਾਜ਼ ਸੁਣਾ, ਮੈਨੂੰ ਆਪਣਾ ਚਿਹਰਾ ਵਿਖਾ, ਤੇਰੀ ਆਵਾਜ਼ ਛੀਨੀ। ਤੇ ਫਿਰ ਨਾਲ ਹੀ 15 'ਚ ਲਿਖਿਆ ਮੇਰੇ ਲਈ ਲੂੰਬੜੀਆਂ ਨੂੰ ਫੜ। ਰੱਬ ਕਹਿੰਦਾ ਲੂੰਬੜੀਆਂ ਨੂੰ, ਉਹ ਇਹਨਾਂ ਲੂੰਬੜੀ ਬੱਚਿਆਂ ਨੂੰ ਜਿਹੜਾ ਤਾਕਸਤਾਨਾਂ ਨੂੰ ਖਰਾਬ ਕਰ ਦਿੱਤਾ। ਸਾਡੀਆਂ ਤਾਕਾਂ ਦੇ ਵਿੱਚ ਫੁੱਲ ਲੱਗੇ ਹੋਏ ਨੇ, ਫੁੱਲ। ਤੇ ਭਲਿਓ ਫੁੱਲ ਨਜ਼ਰ ਆਉਣ ਡਏ ਪਿੱਛੇ, ਇੰਨੀ ਦਲੈਣ ਆ ਕਿ ਫੁੱਲ ਤੇ ਖਿਲਦੇ ਹੀ ਰਹਿੰਦੇ ਆ, ਸਾਰਾ ਸਾਲ ਫੁੱਲ ਨਹੀਂ ਮੁੱਕਦਾ। ਜਿਸ ਵੇਲੇ ਬਰਬਾਰੀ ਹੁੰਦੀ ਏ, ਉਹ ਐਸੇ ਸਿਸਟਮ ਹੈ ਇਹਨਾਂ ਦੇ, ਫੁੱਲ ਨਹੀਂ ਇੱਥੋਂ ਮੁੱਕਦਾ। ਲੇਕਿਨ ਲਿਖਿਆ ਇਨਸਾਨ ਜਿਹੜਾ ਔਰਤ ਤੋਂ ਪੈਦਾ ਥੋੜ੍ਹੇ ਦਿਨਾਂ ਦਾ ਫੁੱਲ ਦੀ ਤਰ੍ਹਾਂ ਨਿਕਲਦਾ, ਫਿਰ ਕੱਟੇ ਜਾਣਾ ਹੈ। ਅੱਜ ਮੌਕਾ ਹੈ, ਇਸ ਵੇਲੇ ਦਾ ਫਾਇਦਾ ਉਠਾਈਏ, ਆਪ ਬਚੀਏ, ਆਪਣੀਆਂ ਨਸਲਾਂ ਨੂੰ ਬਚਾਈਏ। ਤੇ ਕਿਹਨਾਂ ਤੋਂ? ਲੂੰਬੜੀਆਂ ਬਘਿਆੜਾਂ ਤੋਂ, ਇਹਨਾਂ ਬਲਾਵਾਂ ਤੋਂ। ਜ਼ਬੂਰ 119 ਉਹਦੀ 43 'ਚ ਲਿਖਿਆ ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਦਾ ਨਾ ਆਉਣ ਦੇ। ਹੱਕ ਗੱਲ ਨੂੰ ਕਹਿਣਾ ਸ਼ੁਰੂ ਕਰ ਦਈਏ, ਰੱਬ ਨੂੰ ਨਾ ਭੁੱਲ ਜਾਈਏ। ਜੇ ਉਹ ਕਹਿੰਦਾ ਹੈ ਤੂੰ ਮੇਰਾ ਪੁੱਤਰ ਹੈ ਤੇ ਤੂੰ ਗਾਫਲ ਨਾ ਰਹਿ, ਮੇਰੇ ਹਜ਼ੂਰ ਖੜਾ ਹੋ ਜਾ, ਮੇਰਾ ਖਾਦਮ ਬਣ ਜਾ, ਉਹਨੂੰ ਨਾ ਭੁੱਲੀਏ, ਕਹੀਏ ਤੇਰੇ ਖਾਦਮ। ਜੇ ਉਹਨੂੰ ਭੁੱਲ ਗਏ ਤੇ ਲਿਖਿਆ ਹੈ ਐਸਾ ਨਾ ਹੋਵੇ ਕਿ ਮੈਂ ਤੈਨੂੰ ਫਾੜ ਡਾਲਾਂਗਾ ਤੇ ਫਿਰ ਕੋਈ ਛਡਾਉਣ ਵਾਲਾ ਕੋਈ ਨਹੀਂ ਹੋਣਾ। ਤੇ ਉਹਦੇ ਹੱਥੋਂ ਕਿਸੇ ਨੇ ਨਹੀਂ ਛਡਾਉਣਾ। ਇਸ ਕਰਕੇ ਅੱਜ ਵੇਲਾ ਕਲਾਮ ਨੂੰ ਫੈਲਾ ਲਈਏ, ਅੰਜੀਲੀ ਗਵਾਹ ਬਣੀਏ, ਆਪਣੇ ਈਮਾਨ ਦੇ ਮਕਸਦ ਨੂੰ ਜਾਣੀਏ। ਕਿਉਂਕਿ ਪਹਿਲਾ ਪਤਰਸ ਪਹਿਲਾ ਬਾਪ 9 'ਚ ਲਿਖਿਆ ਹੈ ਸਾਡੇ ਤੇ ਈਮਾਨ ਦਾ ਮਕਸਦ ਰੂਹਾਂ ਦੀ ਨਿਜਾਤ ਹੈ, ਰੂਹਾਂ ਨੂੰ ਬਚਾਉਣਾ ਹੈ। ਆਪ ਬਚਣਾ ਤੇ ਰੂਹਾਂ ਨੂੰ ਬਚਾਉਣਾ ਹੈ। ਤੇ ਆਓ ਵੇਲੇ ਦੀ ਕਦਰ ਕਰੀਏ, ਚੰਗੇ ਰਹਿ ਜਾਵਾਂਗੇ। ਆਪ ਬਚੀਏ, ਲੋਕਾਂ ਨੂੰ ਬਚਾ ਲਈਏ, ਰੱਬ ਨੂੰ ਨਾ ਭੁੱਲੀਏ, ਇਹਨਾਂ ਤਨਜ਼ੀਮਾਂ ਨੂੰ, ਝੂਠੀਆਂ ਤਨਜ਼ੀਮਾਂ ਨੂੰ ਭੁੱਲ ਜਾਈਏ। ਰੱਬ ਕਹਿੰਦਾ ਮੈਨੂੰ ਭੁੱਲਿਆ ਤੇ ਮੈਂ ਤੈਨੂੰ ਫਾੜ ਦਿਆਂਗਾ, ਕੋਈ ਛਡਾਉਣ ਵਾਲਾ ਕੋਈ ਨਹੀਂ ਹੋਣਾ। ਇਹ ਤਨਜ਼ੀਮਾਂ ਕੋਈ ਨਹੀਂ ਛਡਾ ਸਕਦੀਆਂ। ਖੁਦਾਵੰਦ ਤੇਰਾ ਖਾਦਮ ਹੁੰਦੇ ਆ, ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ, ਉਸ ਕਲਾਮ ਨੂੰ ਪੂਰੇ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ ਹੈ। ਹੁਣ ਤੇਰਾ ਕਲਾਮ ਤੇਰੇ ਲੋਕਾਂ ਦੇ ਅੰਦਰ ਜੁਰਤ ਪੈਦਾ ਕਰੇ, ਦਲੇਰੀ ਭੇਜੇ, ਤੇਰੇ ਲੋਕ ਹੱਕ ਦੀ ਗੱਲ ਨੂੰ ਕਹਿਣ, ਆਪ ਬਚਣ, ਲੋਕਾਂ ਨੂੰ ਬਚਾਉਣ। ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਸੋ ਬਈ ਕਲਾਮ ਨੂੰ ਸ਼ੇਅਰ ਜ਼ਰੂਰ ਕਰਨਾ। ਬਹੁਤ ਪਿਆਰਾ ਮੌਸਮ ਹੋ ਗਿਆ ਕਿ ਬੱਦਲ ਹੋ ਗਿਆ ਸੀ, ਮਾੜੀ ਲੱਗਦਾ ਸੀ ਜਿੱਦਾਂ ਬਾਰਿਸ਼ ਵੀ ਪੈ ਗਈ, ਲੇਕਿਨ ਫਿਰ ਬਹੁਤ ਖੂਬਸੂਰਤ ਮੌਸਮ ਬਣ ਗਿਆ ਹੈ। ਧੁੱਪ ਨਿਕਲੀ ਹੈ, ਮੈਂ ਧੁੱਪ ਵੀ ਸੇਕਣ ਡਿਆ। ਸੋ ਖੁਦਾ ਤੈਨੂੰ ਬੜੀ ਬਰਕਤ ਹੈ। ਕਲਾਮ ਨੂੰ ਲਾਇਕ ਕਰਿਓ, ਬੈਲ ਦਾ ਬਟਨ ਜ਼ਰੂਰ ਦਬਾਓ।